CNG ਟੈਂਕ ਫਟ ਜਾਂਦਾ ਹੈ, ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਕਈ ਜ਼ਖਮੀ ਹੁੰਦੇ ਆ, ਉਸ ਪੰਪ ਦਾ ਵੀ ਨੁਕਸਾਨ ਹੁੰਦਾ, ਪੰਪ ਨੂੰ ਸੀਲ ਕਰ ਦਿੱਤਾ ਜਾਂਦਾ। ਉਸ ਹਾਦਸੇ ਪਿੱਛੇ ਕਾਰਨ ਕੀ ਮੰਨਦੇ ਹੋ? ਸਰ ਉਹਦਾ ਇਹ ਚੱਕਰ ਬਣਿਆ ਕਿ ਉਹਨਾਂ ਨੇ ਸਿਰਫ ਇੱਕ ਜੁਗਾੜ ਲਾਇਆ ਹੋਇਆ ਸੀਗਾ। LPG ਸਿਲੰਡਰ ਨੂੰ ਇਸ ਨਾਲ ਜੋੜਿਆ ਹੋਇਆ ਸੀਗਾ ਤੇ ਇਸ ਵਿੱਚ ਜੁਆਇੰਟ ਪਾਇਆ ਹੋਇਆ ਸੀਗਾ। ਹਾਲਾਂਕਿ ਜਿਹੜੇ CNG ਦੇ ਸਿਲੰਡਰ ਹੁੰਦੇ ਉਹਨਾਂ ਦੇ ਵਿੱਚ ਕੋਈ ਵੀ ਵੈਲਡ ਦਾ ਜੁਆਇੰਟ ਨਹੀਂ ਦਿੱਤਾ ਹੁੰਦਾ। ਪਿੱਛੇ ਮੰਨਦੇ ਹੋ ਕਿ ਇੱਕ ਜੁਗਾੜੀ ਵਿਅਕਤੀ ਦਾ ਜਾਂ ਮਿਸਤਰੀ ਜਿਹੜੇ ਲੋਕ ਨੇ ਜਿਹੜੇ ਸਸਤਾ ਕੰਮ ਕਰਨਾ ਚਾਹੁੰਦੇ ਨੇ, ਆਮ ਤੌਰ ਤੇ ਪੰਜਾਬ ਦੇ ਵਿੱਚ ਜੁਗਾੜ ਲੋਕ ਛੇਤੀ ਕਰਨ ਲੱਗੇ ਨੇ। ਹਾਂਜੀ ਇਹੀ ਇਹਦਾ ਰੀਜਨ ਬਣਿਆ ਹੀ ਜ਼ਿਆਦਾਤਰ ਕਿ ਇਹਨਾਂ ਨੇ ਸਿਰਫ ਇੱਕ ਜੁਗਾੜ ਦੇ ਤੌਰ ਤੇ ਕੰਮ ਚਲਾਤਾ। ਨਹੀਂ ਤਾਂ ਇਹ 40-45 ਹਜ਼ਾਰ ਦੀ ਕਿੱਟ ਸਰ ਲੱਗਦੀ ਆ, 14-15 ਹਜ਼ਾਰ ਦੇ ਵਿੱਚ ਇਹ ਕਿੱਟ ਬਣਾ ਕੇ ਦੇ ਰਹੇ ਹਨ। ਉਹਨਾਂ ਨੂੰ ਮਾਨਤਾ ਪ੍ਰਾਪਤੀ ਵੀ ਹੈ ਨਹੀਂ ਕਿ ਇਸ ਲਈ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋਵੇ। ਇਸ ਲਈ ਸਰਕਾਰ ਨੂੰ ਇਹਨਾਂ ਤੇ ਐਕਸ਼ਨ ਕਰਨਾ ਚਾਹੀਦਾ ਵਾ, ਬਣਦੀ ਕਾਰਵਾਈ ਕਰਨੀ ਚਾਹੀਦੀ ਆ। ਜਦੋਂ ਮਾਨਸਾ 'ਚ ਬਲਾਸਟ ਹੁੰਦਾ ਤੇ ਇਸ ਤੋਂ ਬਾਅਦ ਲੋਕ ਇੱਕਦਮ ਡਰ ਜਾਂਦੇ ਆ ਕਿ ਯਾਰ ਇਹ ਪਤਾ ਨਹੀਂ ਕੀ ਸਿਸਟਮ ਆ ਗਿਆ। ਬਹੁਤ ਸਾਰੀਆਂ ਗੱਡੀਆਂ ਮੈਂ ਦੇਖੀਆਂ ਜਿਨ੍ਹਾਂ 'ਚ ਕੰਪਨੀ ਫਿਟਡ ਕਿੱਟਾਂ ਸੀਗੀਆਂ, ਲੋਕਾਂ ਨੇ ਉਹ ਵੀ ਲਵਾਤੀਆਂ ਡਰ ਕੇ ਕਿ ਆਪਾਂ ਮੌਤ ਦਾ ਸਮਾਨ ਨਾਲ ਕਿਉਂ ਬੰਨਣਾ, ਬੰਬ ਕਾਹਦੇ ਵਾਸਤੇ ਬੰਨ੍ਹ ਕੇ ਰੱਖਣਾ। ਕੀ ਨਵੀਆਂ ਗਾਈਡਲਾਈਨਾਂ ਆਈਆਂ ਜਾਂ ਫਿਰ ਇਹਦੇ ਨਾਲ ਕਿਸ ਤਰ੍ਹਾਂ ਕੀ ਨੁਕਸਾਨ ਤੇ ਕੀ ਫਾਇਦੇ ਆ? 200 ਤੱਕ ਸਾਰੇ ਦਾ ਪ੍ਰੈਸ਼ਰ ਭਰਿਆ ਜਾਂਦਾ ਵਾ, 200 ਤੱਕ ਆਪਾਂ ਮੈਕਸਿਮਮ ਇਹਦੇ ਵਿੱਚ ਫਿਲ ਕਰ ਸਕਦੇ ਹਾਂ। ਪਰ ਕਈ ਵਾਰ ਲੋਕ 4-4 5-5 ਵਾਰੀ ਕਹਿ ਦਿੰਦੇ ਆ ਵੀ ਸਾਡੇ ਵਿੱਚ ਇਸ ਦੇ ਵਿੱਚ ਹੋਰ ਭਰ ਦਿਓ। ਉਹਦੇ ਵਿੱਚ ਹਾਦਸਾ ਹੋਣ ਦਾ ਕਾਰਨ ਇਹ ਵੀ ਬਣ ਸਕਦਾ ਜੀ, ਜੇ ਹੁਣ ਮੰਨ ਲਓ 9 ਕਿਲੋ ਦਾ ਸਿਲੰਡਰ ਆ, ਉਹਦੇ ਵਿੱਚ ਆਪਾਂ 8 ਕਿਲੋ 8.5 ਕਿਲੋ ਗੈਸ ਫਿਲ ਕਰਾਂਗੇ ਤਾਂ ਉਹ ਬਲਾਸਟ ਹੋਣ ਦਾ ਕਾਰਨ ਬਣ ਸਕਦਾ ਵਾ। ਮਾਨਸਾ ਹਾਦਸੇ ਤੋਂ ਬਾਅਦ ਕੀ ਕੰਪਨੀ ਨੇ ਕੋਈ ਸਖਤੀ ਕੀਤੀ ਹੈ ਜਾਂ ਪੰਪਾਂ ਵੱਲੋਂ ਜਾਂ CNG ਪੰਪਾਂ ਦੇ ਮਾਲਕ ਵੱਲੋਂ ਕੋਈ ਸਖਤੀ ਕੀਤੀ ਗਈ? ਹਾਂਜੀ ਬਹੁਤ ਜ਼ਿਆਦਾ ਕੀਤੀ ਹੋਈ ਆ ਸਰ। ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਪਲੇਟ ਚੈੱਕ ਕਰਦੇ ਹਾਂ, ਫਿਰ ਉਸ ਤੋਂ ਬਾਅਦ ਸਿਲੰਡਰ ਦੀ ਹਾਲਤ ਚੈੱਕ ਕਰਦੇ ਹਾਂ, ਫਿਰ ਉਹਦੀ ਫਿਟਿੰਗ ਚੈੱਕ ਕਰਦੇ ਹਾਂ, ਫਿਰ ਬਾਈ ਦਾ ਵੇ ਆਪਾਂ ਇਹਨਾਂ ਦੇ ਸਰਟੀਫਿਕੇਟ ਵੀ ਚੈੱਕ ਕਰਦੇ ਹਾਂ, ਜੋ ਕਿ ਹੁਣ ਜਿਹੜੀ ਮਾਨਤਾ ਪ੍ਰਾਪਤ ਕੰਪਨੀਆਂ ਹੈਗੀਆਂ ਉਹ ਵੀ ਬਣਾ ਕੇ ਦਿੰਦੀ ਹੈ। ਜਿਵੇਂ ਪੈਟਰੋਲ ਦੇ ਬਰਾਬਰ ਆਪਾਂ ਇਸ ਨੂੰ ਦੇਖੀਏ CNG ਨੂੰ, ਕਿੰਨਾ ਕੁ ਅੰਤਰ ਆ, ਐਵਰੇਜ ਦਾ ਕਿੰਨਾ ਕੁ ਫਰਕ ਪੈਂਦਾ? ਜੇ 100 ਰੁਪਏ ਦਾ ਪੈਟਰੋਲ ਭਰਾਇਆ ਤੇ 100 ਰੁਪਏ ਦੀ CNG ਭਰਾਈ, ਕਿੰਨੇ ਕਿਲੋਮੀਟਰ ਦੋਨਾਂ ਨਾਲ ਚੱਲੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ TV ਤੇ ਮੈਂ ਹਾਂ ਕੁਲਦੀਪ ਘੋਲੀਆ। ਦਰਸ਼ਕੋ, ਲਗਾਤਾਰ ਦੇਸ਼ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਨੇ, ਜਿਸ ਕਾਰਨ ਲਗਾਤਾਰ ਲੋਕਾਂ ਦਾ ਰੁਝਾਨ CNG ਗੱਡੀਆਂ ਜਾਂ CNG ਦੇ ਵੱਡੇ ਵਹੀਕਲ ਲੈਣ ਦਾ ਵਧ ਰਿਹਾ। ਤਾਂ ਪਿਛਲੇ ਦਿਨੀ CNG ਦੀ ਇੱਕ ਗੱਡੀ ਮਾਨਸਾ 'ਚ ਬਲਾਸਟ ਹੁੰਦੀ ਹੈ। ਉਸ ਤੋਂ ਬਾਅਦ ਲੋਕ ਡਰ ਜਾਂਦੇ ਨੇ ਕਿ ਆਖਰ CNG ਦੇ ਵਿੱਚ ਐਸਾ ਕੀ ਹੈ ਕਿ ਉਸ ਦਾ ਧਮਾਕਾ ਹੋ ਜਾਂਦਾ ਹੈ। CNG ਪੰਪ ਤੇ ਅਸੀਂ ਮੌਜੂਦ ਹਾਂ। ਮੇਰੇ ਪਿਛਲੇ ਪਾਸੇ CNG ਦਾ ਉਹ ਪ੍ਰੋਜੈਕਟ ਲੱਗਿਆ ਹੋਇਆ ਗੱਡੀ ਮੌਜੂਦ ਹੈ, ਤਾਂ ਦੂਜੇ ਪਾਸੇ ਗੱਡੀਆਂ ਦੇ ਵਿੱਚ CNG ਭਰੀ ਜਾ ਰਹੀ ਹੈ। CNG ਦਾ ਉਹ ਧਮਾਕਾ ਹੋਣਾ, ਉਹ ਬਲਾਸਟ ਹੋਣ ਦੇ ਪਿੱਛੇ ਕਾਰਨ ਕੀ ਹੈ, CNG ਦੇ ਫਾਇਦੇ ਕੀ ਨੇ? ਸਾਡੇ ਨਾਲ ਇਸ ਪੰਪ ਦੇ ਮੈਨੇਜਰ ਰਾਜਾ ਸਿੰਘ ਆ। ਅਸੀਂ ਮੋਗਾ ਜ਼ਿਲ੍ਹਾ ਦੇ ਸਿੰਘਾਂ ਵਾਲਾ ਪੰਪ ਤੇ ਮੌਜੂਦ ਹਾਂ। ਸਿੰਘਾਂ ਵਾਲਾ ਪੰਪ ਕਾਫੀ ਟਾਈਮ ਤੋਂ ਚੱਲ ਰਿਹਾ, ਪਰ CNG ਪੰਪ ਹੁਣ ਕੁਝ ਹੀ ਦੇਰੀ ਤੋਂ ਚੱਲਿਆ। ਗੱਲਬਾਤ ਕਰਦੇ ਬਾਈ ਰਾਜਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ ਸਾਰਿਆਂ ਨੂੰ। ਰਾਜਾ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜਾ ਮਾਨਸਾ 'ਚ ਵੱਡਾ ਹਾਦਸਾ ਹੁੰਦਾ ਹੈ, CNG ਟੈਂਕ ਫਟ ਜਾਂਦਾ ਹੈ, ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਕਈ ਜ਼ਖਮੀ ਹੁੰਦੇ ਆ, ਉਸ ਪੰਪ ਦਾ ਵੀ ਨੁਕਸਾਨ ਹੁੰਦਾ, ਪੰਪ ਨੂੰ ਸੀਲ ਕਰ ਦਿੱਤਾ ਜਾਂਦਾ। ਉਸ ਹਾਦਸੇ ਪਿੱਛੇ ਕਾਰਨ ਕੀ ਮੰਨਦੇ ਹੋ? ਸਰ ਉਹਦਾ ਇਹ ਚੱਕਰ ਬਣਿਆ ਕਿ ਉਹਨਾਂ ਨੇ ਸਿਰਫ ਇੱਕ ਜੁਗਾੜ ਲਾਇਆ ਹੋਇਆ ਸੀਗਾ ਕਿ ਇਹ ਜਿਹੜੀਆਂ ਅਪਰੂਵਡ ਕਿੱਟਾਂ ਵਾ ਇਹ ਭਾਰਤ ਸਰਕਾਰ ਵੱਲੋਂ ਬਣਾਈਆਂ ਗਈਆਂ ਵਾ ਵੀ ਪ੍ਰਦੂਸ਼ਣ ਰਹਿਤ ਆ, ਇਹਨਾਂ ਦਾ ਫਾਇਦਾ ਵਾ, ਐਵਰੇਜ ਚੰਗੀ ਆਈ ਤੇ ਬਾਕੀ ਇਹਦੇ ਕੋਈ ਐਡਾ ਹੈ ਨਹੀਂਗਾ। ਇਹ ਪਹਿਲਾ ਆਪਣੇ ਚਾਂਸ ਜਿਹੜਾ ਵਾਪਰਿਆ ਵਾ ਤੇ ਇਹ ਸਿਰਫ ਇੱਕ ਜੁਗਾੜ ਟਾਈਪ ਕੀਤਾ ਹੋਇਆ ਸੀਗਾ। LPG ਸਿਲੰਡਰ ਨੂੰ ਇਸ ਨਾਲ ਜੋੜਿਆ ਹੋਇਆ ਸੀਗਾ ਤੇ ਇਸ ਵਿੱਚ ਜੁਆਇੰਟ ਪਾਇਆ ਹੋਇਆ ਸੀਗਾ। ਹਾਲਾਂਕਿ ਜਿਹੜੇ CNG ਦੇ ਸਿਲੰਡਰ ਹੁੰਦੇ ਉਹਨਾਂ ਦੇ ਵਿੱਚ ਕੋਈ ਵੀ ਵੈਲਡ ਦਾ ਜੁਆਇੰਟ ਨਹੀਂ ਦਿੱਤਾ ਹੁੰਦਾ, ਵੈਲਡ ਨਹੀਂ ਹੋਇਆ ਹੁੰਦਾ, ਉਹ ਪੂਰੇ ਦਾ ਪੂਰਾ ਉਸ ਤਰ੍ਹਾਂ ਹੀ ਸਿਲੰਡਰ ਬਣਿਆ ਹੁੰਦਾ ਹੈ। ਸਿਰਫ ਇੱਕ ਇਹ ਉਹਨਾਂ ਨੇ ਆਪਦਾ ਸਸਤੇ ਕੰਮ ਦੇ ਵਿੱਚ ਸਾਰਨ ਦੇ ਮਾਰਿਆਂ ਨੇ ਪੈਸੇ ਬਚਾਉਣ ਦੀ ਖਾਤਰ ਵੀ ਇਹ ਸਿਸਟਮ ਕੀਤਾ ਤੇ ਜਿਹਦੇ ਨਾਲ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ, ਬਾਕੀ ਹੋਰ ਵੀ ਨੁਕਸਾਨ ਹੋਇਆ। ਬਸ ਇਹਦੇ ਪਿੱਛੇ ਮੰਨਦੇ ਹੋ ਕਿ ਇੱਕ ਜੁਗਾੜੀ ਵਿਅਕਤੀ ਦਾ ਜਾਂ ਮਿਸਤਰੀ ਜਿਹੜੇ ਲੋਕ ਨੇ ਜਿਹੜੇ ਸਸਤਾ ਕੰਮ ਕਰਨਾ ਚਾਹੁੰਦੇ ਨੇ, ਆਮ ਤੌਰ ਤੇ ਪੰਜਾਬ ਦੇ ਵਿੱਚ ਜੁਗਾੜ ਲੋਕ ਛੇਤੀ ਕਰਨ ਲੱਗੇ ਨੇ,
ਬੇਸ਼ੱਕ ਲੋਕਡਾਊਨ ਤੇ ਕਰਫਿਊ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਪੰਪ ਵਧ ਰਹੇ ਨੇ। ਇਸ ਤੋਂ ਪਹਿਲਾਂ ਦਿੱਲੀ ਲਾ ਲਈਏ ਗੱਲ, ਚੰਡੀਗੜ੍ਹ, ਮੋਹਾਲੀ ਇੱਥੇ ਸੀਗੇ, ਬੰਬੇ ਵਰਗੇ ਸ਼ਹਿਰਾਂ 'ਚ CNG ਪੰਪ ਸੀ, ਪਰ ਪਿੰਡਾਂ ਦੇ ਵਿੱਚ ਬਹੁਤ ਘੱਟ ਸੀ। ਹੁਣ ਜੇ ਪਿੰਡਾਂ ਦੇ ਵਿੱਚ ਪੰਪ ਆਏ ਤਾਂ ਜਗਾੜੀ ਲੋਕ ਵੀ ਖੜੇ ਹੋ ਗਏ। ਹਾਂਜੀ ਹਾਂਜੀ, ਇਹਦਾ ਰੀਜ਼ਨ ਬਣਿਆ ਹੀ ਜ਼ਿਆਦਾਤਰ ਕਿ ਇਹਨਾਂ ਨੇ ਸਿਰਫ ਇੱਕ ਜਗਾੜ ਦੇ ਤੌਰ ਤੇ ਕੰਮ ਚਲਾਤਾ। ਨਹੀਂ ਤਾਂ ਇਹ 40-45 ਹਜ਼ਾਰ ਦੀ ਕਿੱਟ ਸਰ ਲੱਗਦੀ ਆ, ਪਰ ਕੁਝ ਕੁ ਲੋਕ ਹਨ ਜੋ ਕਿ 14-15 ਹਜ਼ਾਰ ਦੇ ਵਿੱਚ ਇਹ ਕਿੱਟ ਬਣਾ ਕੇ ਦੇ ਰਹੇ ਹਨ। ਉਹਨਾਂ ਨੂੰ ਮਾਨਤਾ ਪ੍ਰਾਪਤੀ ਵੀ ਹੈ ਨਹੀਂ ਗੀ। ਇਸ ਲਈ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋਵੇ, ਇਸ ਲਈ ਸਰਕਾਰ ਨੂੰ ਇਹਨਾਂ ਤੇ ਐਕਸ਼ਨ ਕਰਨਾ ਚਾਹੀਦਾ ਵਾ, ਬਣਦੀ ਕਾਰਵਾਈ ਕਰਨੀ ਚਾਹੀਦੀ ਆ। ਜਿਨ੍ਹਾਂ ਕੋਲ ਇਹਨਾਂ ਦੇ ਲਾਇਸੈਂਸ ਵਗੈਰਾ ਹੈ ਨਹੀਂ ਗੇ ਕਿੱਟਾਂ ਲਾਉਣ ਦੀ ਬਾਬਤ, ਜਾਂ ਇਹਨਾਂ ਦੇ ਹਾਈਡਰੋ ਟੈਸਟ ਹੁੰਦੇ ਆ 3 ਸਾਲ ਬਾਅਦ ਇਹਨਾਂ ਦਾ ਹਾਈਡਰੋ ਟੈਸਟ ਹੁੰਦਾ ਵਾ ਸਿਲੰਡਰ ਦਾ ਆਪਣੇ ਦਾ, ਉਹ ਕਈਆਂ ਕੋਲ ਮੌਜੂਦ ਹੀ ਹੈ ਨਹੀਂ ਗੇ, ਪਰ ਉਹ ਆਪਦਾ ਇੱਕ ਕਹਿੰਦਾ ਭਾਵੀ ਉਹਦਾ ਕੰਮ ਤੁਰਿਆ ਹੋਇਆ ਵਾ ਸਸਤੇ ਕੰਮ ਦੇ ਖਾਤਰ 1500 ਲੈ ਕੇ ਉਹ ਪਲੇਟਾਂ ਲਾ ਕੇ ਦੇਈ ਜਾਂਦੇ ਆ, ਜਿਸ ਨਾਲ ਕਿਸੇ ਕੋਈ ਵੀ ਹਾਦਸਾ ਹੋ ਸਕਦਾ ਵਾ, ਕਿਸੇ ਵੀ ਬੰਦੇ ਦੀ ਜਾਨ ਜਾ ਸਕਦੀ ਆ। ਰਾਜਾ ਜੀ, ਇਹ ਤੁਹਾਡੇ ਪੰਪ ਦੀ ਪੂਰੀ ਮੈਨੇਜਮੈਂਟ ਤੁਹਾਡੇ ਕੋਲ ਹੈ ਜਾਂ ਕੱਲੀ CNG ਏਰੀਆ ਤੁਹਾਡਾ? ਪੂਰੀ ਆਵਲ ਮੇਰੇ ਕੋਲ ਹੀ ਹੈ ਡੀਜ਼ਲ ਪੈਟਰੋਲ। ਕਿੰਨੇ ਟਾਈਮ ਤੋਂ ਇੱਥੇ ਕੰਮ? ਮੈਂ 11 ਸਾਲ ਹੋ ਗਏ ਸਾਰੇ ਲਗਾਤਾਰ ਤੁਸੀਂ ਮੁੱਖ ਮੈਨੇਜਰ ਹੋ ਇੱਥੇ? ਹਾਂਜੀ 2009 ਦਾ ਮੈਂ ਜੁਆਇਨ ਕੀਤਾ ਹੋਇਆ ਵਾ, ਉਸ ਨੇ 2021 ਹੋ ਗਿਆ ਹੁਣ। ਤਾਂ CNG ਕੰਪਨੀ ਵੱਲੋਂ ਫਿਰ ਤੁਹਾਨੂੰ ਕੋਈ ਨਵੀਆਂ ਜਾਂ ਪੁਰਾਣੀਆਂ ਗਾਈਡਲਾਈਨਾਂ ਆਈਆਂ? ਕਿਉਂਕਿ ਗੱਡੀਆਂ ਲਗਾਤਾਰ ਰੁਝਾਨ ਵਧ ਰਿਹਾ। ਜਦੋਂ ਮਾਨਸਾ 'ਚ ਬਲਾਸਟ ਹੁੰਦਾ ਤੇ ਇਸ ਤੋਂ ਬਾਅਦ ਲੋਕ ਇੱਕਦਮ ਡਰ ਜਾਂਦੇ ਆ ਕਿ ਯਾਰ ਇਹ ਪਤਾ ਨਹੀਂ ਕੀ ਸਿਸਟਮ ਆ ਗਿਆ। ਬਹੁਤ ਸਾਰੀਆਂ ਗੱਡੀਆਂ ਮੈਂ ਦੇਖੀਆਂ ਜਿਨ੍ਹਾਂ 'ਚ ਕੰਪਨੀ ਫੈਟਡ ਕਿੱਟਾਂ ਸੀਗੀਆਂ, ਲੋਕਾਂ ਨੇ ਉਹ ਵੀ ਲਵਾਤੀਆਂ ਡਰ ਕੇ ਕਿ ਆਪਾਂ ਮੌਤ ਦਾ ਸਮਾਨ ਨਾਲ ਕਿਉਂ ਬੰਨਣਾ, ਬੰਬ ਕਾਹਦੇ ਵਾਸਤੇ ਬੰਨ੍ਹ ਕੇ ਰੱਖਣਾ। ਕੀ ਨਵੀਆਂ ਗਾਈਡਲਾਈਨਾਂ ਆਈਆਂ ਜਾਂ ਫਿਰ ਇਹਦੇ ਨਾਲ ਕਿਸ ਤਰ੍ਹਾਂ ਕੀ ਨੁਕਸਾਨ ਤੇ ਕੀ ਫਾਇਦੇ ਆ? ਸਰ ਇਹਦਾ ਵੇਖੋ, ਇਹਦੇ ਨੁਕਸਾਨ ਹੈ ਨਹੀਂ ਗੇ ਉਨੇ, ਆਪਾਂ ਨੂੰ ਇਹਦੇ ਫਾਇਦੇ ਹੀ ਫਾਇਦੇ ਆ ਜੀ। ਦੇਖੋ ਇੱਕ ਤਾਂ ਇਹ ਸਸਤੀ ਆ, ਜਿਸ ਤਰ੍ਹਾਂ ਇਹਨਾਂ ਦਾ ਰੇਟ ਇੰਨਾ ਵੱਧ ਰਿਹਾ, ਡੀਜ਼ਲ ਪੈਟਰੋਲ ਦਾ ਰੇਟ ਵੱਧ ਰਿਹਾ, ਹਰੇਕ ਬੰਦੇ ਦੀ ਲੋੜ ਤੋਂ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ। ਪਰ ਇਹ ਦੇਖੋ ਵੀ ਇਹਦੇ ਸੇਫਟੀ ਆਪਾਂ ਨੂੰ ਵਰਤਣ ਦੀ ਜ਼ਰੂਰਤ ਆ, ਹੋਰ ਕੋਈ ਚੱਕਰ ਨਹੀਂਗਾ। ਜੇ ਆਪਾਂ ਜਿੰਨੀ ਸੇਫਟੀ ਆਪਾਂ ਇਹ 'ਤੇ ਵਰਤਾਂਗੇ ਉਨੀ ਆਪਾਂ ਵਧੀਆ ਇਹ ਤੋਂ ਪਰਫਾਰਮੈਂਸ ਲੈ ਸਕਾਂਗੇ। ਦੇਖੋ ਇਹਦੇ ਵਿੱਚ ਆਪਾਂ ਨੂੰ ਉਹ ਪਹਿਲਾਂ ਕਹਿੰਦੇ ਆ ਕਿ ਤੁਸੀਂ ਇਹਦੇ ਵਿੱਚ ਹਾਈਡਰੋ ਟੈਸਟ ਹੋਇਆ ਹੋਵੇ, ਪਲੇਟ ਲੱਗੀ ਹੋਵੇ, 3 ਸਾਲ ਦਾ ਉਹਦਾ ਲਾਈਫ ਹੁੰਦੀ ਆ। ਉਸ ਤੋਂ ਬਾਅਦ ਇਸ ਸਿਲੰਡਰ ਨੂੰ 350 ਦੀ ਚਾਰਜ ਤੇ ਪ੍ਰੈਸ਼ਰ ਤੇ ਚੈੱਕ ਕੀਤਾ ਜਾਂਦਾ ਵਾ ਤੇ ਫਿਰ ਇਸ ਨੂੰ ਫਿਟਨੈਸ ਸਰਟੀਫਿਕੇਟ ਦਿੱਤਾ ਜਾਂਦਾ ਵਾ। ਉਹਨਾਂ ਨੇ ਹੁਣ ਵੀ ਕਿਹਾ ਵਾ ਤੁਸੀਂ ਪਹਿਲਾਂ ਸਵਾਰੀਆਂ ਨੂੰ ਵਿੱਚੋਂ ਉਤਾਰ ਦਿਓ, ਗੱਡੀਆਂ ਨੂੰ ਇੱਕ ਫਾਸਲੇ ਤੇ ਖੜਾ ਕਰੋ, ਹੈਂਡ ਬ੍ਰੇਕ ਲਾਓ, ਜੋ ਵੀ ਗੱਡੀ ਦਾ ਇੰਜਨ ਚੱਲ ਰਿਹਾ ਵਾ ਉਸ ਨੂੰ ਬੰਦ ਕਰੋ, ਤੇ ਜਿਸ ਨਾਲ ਵੀ ਕੋਈ ਅਣਸਖਾਵੀ ਘਟਨਾ ਨਾ ਵਾਪਰੇ। ਇਹਦੇ ਵਿੱਚ ਕੋਈ ਕੰਪਨੀ ਦੀ ਗਾਈਡਲਾਈਨਾਂ ਵੀ ਹੁੰਦੀਆਂ ਕਿ ਕਿੰਨੀ ਦੂਰੀ ਤੇ ਖੜਨਾ ਹੈ ਜਾਂ ਫਿਰ ਕਿੰਨਾ ਇਹਦੇ 'ਚ ਭਰਨਾ, ਇਹਦਾ ਜਿਹੜਾ ਪ੍ਰੈਸ਼ਰ ਕਿੰਨਾ ਹੁੰਦਾ ਜਾਂ ਕਿੰਨਾ ਇਹ 'ਚ ਗੈਸ ਭਰਨਾ? 200 ਤੱਕ ਸਰ ਇਹਦਾ ਪ੍ਰੈਸ਼ਰ ਭਰਿਆ ਜਾਂਦਾ ਵਾ, 200 ਤੱਕ ਆਪਾਂ ਮੈਕਸਿਮਮ ਇਹਦੇ ਵਿੱਚ ਫਿਲ ਕਰ ਸਕਦੇ ਹਾਂ। ਪਰ ਕਈ ਵਾਰ ਲੋਕ 4-4 5-5 ਵਾਰੀ ਕਹਿ ਦਿੰਦੇ ਆ ਵੀ ਸਾਡੇ ਵਿੱਚ ਇਸ ਦੇ ਵਿੱਚ ਹੋਰ ਭਰ ਦਿਓ। ਉਹਦੇ ਵਿੱਚ ਹਾਦਸਾ ਹੋਣ ਦਾ ਕਾਰਨ ਇਹ ਵੀ ਬਣ ਸਕਦਾ ਜੀ, ਜੇ ਹੁਣ ਮੰਨ ਲਓ 9 ਕਿਲੋ ਦਾ ਸਿਲੰਡਰ ਆ, ਉਹਦੇ ਵਿੱਚ ਆਪਾਂ 8 ਕਿਲੋ 8.5 ਕਿਲੋ ਗੈਸ ਫਿਲ ਕਰਾਂਗੇ ਤਾਂ ਉਹ ਬਲਾਸਟ ਹੋਣ ਦਾ ਕਾਰਨ ਬਣ ਸਕਦਾ ਵਾ ਮੁੱਖ। 9 ਕਿਲੋ ਵਾਲੇ ਸਿਲੰਡਰ 'ਚ ਵੈਸੇ ਕਿੰਨੀ ਪੈਣੀ ਚਾਹੀਦੀ? ਵੈਸੇ ਸਰ ਉਹ 'ਚ 6.5 ਕਿਲੋ 7 ਕਿਲੋ ਬਸ ਇੰਨੀ ਪੈਣੀ ਚਾਹੀਦੀ ਆ। ਬਹੁਤ ਵਾਰ ਅਸੀਂ ਆਮ ਪੰਪਾਂ ਤੇ ਦੇਖਦੇ ਹਾਂ ਤੇ ਲੋਕ ਕਹਿੰਦੇ ਨੇ ਕਿ ਕੱਟ ਮਾਰ ਹੋਰ ਭਰੋ, ਫਿਰ 10 ਰੁਪਏ 20 ਰੁਪਏ ਕਿਤੇ 100 ਰੁਪਏ ਦੀ ਪੈ ਗਈ। ਉਹ ਹਾਦਸੇ ਦਾ ਕਾਰਨ ਬਣ ਸਕਦਾ ਹੈ। ਉਹ ਸਾਨੂੰ ਕੰਪਨੀ ਨੇ ਵੀ ਨਵੀਆਂ ਗਾਈਡਲਾਈਨ ਸ਼ੁਰੂ ਕੀਤੀਆਂ, ਉਹਨਾਂ ਨੇ ਇਹੀ ਕਿਹਾ ਵਾ ਤੁਸੀਂ ਇੱਕ ਵਾਰ ਭਰੋ, ਫਿਰ ਤੁਸੀਂ ਪ੍ਰੈਸ਼ਰ ਚੈੱਕ ਕਰ ਲਓ ਗੱਡੀ ਦਾ, ਜੇ ਉਸ ਦੇ ਵਿੱਚ 150 ਤੱਕ ਪ੍ਰੈਸ਼ਰ ਆ ਜਾਂ 170 ਤੱਕ ਆ ਫਿਰ ਤੁਸੀਂ ਦੂਰੀ ਵਾਰ ਲਾ ਸਕਦੇ ਆ, ਨਹੀਂ ਤਾਂ ਨਹੀਂ ਲਾ ਸਕਦੇ। ਕਿਵੇਂ ਤੁਸੀਂ ਮੰਨ ਲਓ ਟੈਂਕ ਦੇ ਵਿੱਚ CNG ਭਰਿਆ ਹੋਇਆ ਤਾਂ ਇਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ 'ਚ ਕਿੰਨਾ CNG ਹੈ, ਕੀ ਸਿਸਟਮ? ਸਰ ਇੱਕ ਤਾਂ ਆਪਣੀ ਮਸ਼ੀਨ ਨੇ ਦੱਸ ਦੇਣਾ ਕਿਲੋਆਂ ਦੇ ਹਿਸਾਬ ਨਾਲ ਪੈਂਦੀ ਇਹ, ਬਾਕੀ ਇੱਕ ਮਸ਼ੀਨ ਦੇ ਵਿੱਚ ਮੀਟਰ ਲੱਗਾ ਹੁੰਦਾ ਵੀ ਉਹ 200 ਤੱਕ ਜੇ ਉਹਦੀ ਸੂਈ ਪਹੁੰਚ ਜਾਂਦੀ ਆ ਤਾਂ ਫਿਰ ਉਹ ਪੂਰੀ ਹੋ ਚੁੱਕੀ ਉਹਦੇ ਵਿੱਚ ਗੈਸ, ਤੇ ਜੇ ਉਹ 170-80 ਹੈਗੀ ਆ ਤਾਂ ਇੱਕ ਵਾਰੀ ਚਲੋ 10-20 ਦੀ ਹੋਰ ਪਾ ਦਿਓ, ਨਹੀਂ ਤਾਂ ਧੱਕਾ ਨਾ ਕਰੋ ਵੀ ਫਿਰ ਨੁਕਸਾਨ ਦੇ ਕਾਰਨ ਜ਼ਿਆਦਾ ਹੁੰਦੇ। ਮਾਨਸਾ ਹਾਦਸੇ ਤੋਂ ਬਾਅਦ ਕੀ ਕੰਪਨੀ ਨੇ ਕੋਈ ਸਖਤੀ ਕੀਤੀ ਹੈ ਜਾਂ ਪੰਪਾਂ ਵੱਲੋਂ ਜਾਂ CNG ਪੰਪਾਂ ਦੇ ਮਾਲਕ ਵੱਲੋਂ ਕੋਈ ਸਖਤੀ ਕੀਤੀ ਗਈ? ਹਾਂਜੀ ਬਹੁਤ ਜ਼ਿਆਦਾ ਕੀਤੀ ਹੋਈ ਆ ਸਰ। ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਪਲੇਟ ਚੈੱਕ ਕਰਦੇ ਹਾਂ, ਫਿਰ ਉਸ ਤੋਂ ਬਾਅਦ ਸਿਲੰਡਰ ਦੀ ਹਾਲਤ ਚੈੱਕ ਕਰਦੇ ਹਾਂ, ਫਿਰ ਉਹਦੀ ਫਿਟਿੰਗ ਚੈੱਕ ਕਰਦੇ ਹਾਂ, ਫਿਰ ਬਾਈ ਦਾ ਵੇ ਆਪਾਂ ਇਹਨਾਂ ਦੇ ਸਰਟੀਫਿਕੇਟ ਵੀ ਚੈੱਕ ਕਰਦੇ ਹਾਂ, ਜੋ ਕਿ ਹੁਣ ਜਿਹੜੀ ਮਾਨਤਾ ਪ੍ਰਾਪਤ ਕੰਪਨੀਆਂ ਹੈਗੀਆਂ ਉਹੀ ਬਣਾ ਕੇ ਦਿੰਦੀ ਆ, ਜਿਵੇਂ ਆਪਣੇ ਚੰਡੀਗੜ੍ਹ ਬਣਾ ਕੇ ਦੇ ਰਹੇ ਆ ਜਾਂ ਮੋਗੇ ਆਪਣੇ ਇੱਕ ਗ੍ਰੀਨ ਵਾਲੇ ਵੀਰ ਜੀ ਹੈਗੇ ਆ ਉਹ ਅਪਲਾਈ ਕਰਕੇ ਦਿੰਦੇ ਆ। ਤੇ ਇਸ ਤਰ੍ਹਾਂ ਵੀ ਇਹਨਾਂ ਨੇ ਨਵੀਆਂ ਇਹੀ ਚੀਜ਼ਾਂ ਕਹੀਆਂ ਵੀ ਮੇਨ ਸੇਫਟੀ ਰੱਖੋ। ਤੁਸੀਂ ਜਦੋਂ ਵੀ ਇਹਦੇ ਵਿੱਚ ਤੁਸੀਂ CNG ਭਰਦੇ ਹੋਵੋਗੇ ਤਾਂ ਇੱਕ ਵਿਸ਼ੇਸ਼ ਦੂਰੀ ਤੇ ਹੋ ਕੇ ਖੜੋ, ਤੇ ਇਹਦੇ ਗੱਡੀ ਦੇ ਬੈਕ ਸਾਈਡ ਹੋ ਕੇ ਨਾ ਖੜੋ ਕਦੇ ਵੀ। ਇਹਦੇ 'ਚ ਗੱਡੀ ਦੇ ਅਗਲੇ ਪਾਸੇ ਤੁਸੀਂ ਫਰੰਟ ਤੇ ਗੈਸ ਫਿਲ ਕਰ ਰਹੇ ਹੋ ਤਾਂ ਇਸ ਤੋਂ ਆਪਦੇ ਡਿਸਪੈਂਸਰ ਦੇ ਕੋਲੇ ਹੋ ਕੇ ਖੜੋ, ਕਿਉਂਕਿ ਜੇ ਕੋਈ ਵੀ ਗੱਲਬਾਤ ਜਾਂ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਪਹਿਲਾਂ ਐਮਰਜੈਂਸੀ ਕੱਟੀ ਜਾ ਸਕਦੀ ਆ। ਤੇ ਫਿਰ ਵੀ ਇਸ ਤਰ੍ਹਾਂ ਬਾਕੀ ਇਸ ਤਰ੍ਹਾਂ ਇਹ ਹੈਗਾ ਵੀ ਇਹਦਾ ਬਲਾਸਟ ਹੀ ਹੁੰਦਾ ਜੀ, ਅੱਗ ਲੱਗਣ ਦੇ ਕਾਰਨ ਬਹੁਤ ਜ਼ਿਆਦਾ ਘੱਟ ਹੁੰਦੇ ਆ। ਜਿਹਦਾ ਸਿਰਫ ਇੱਕ ਬਲਾਸਟ ਹੋਊਗਾ
ਉਹਨੇ 15-20 ਫੁੱਟ ਦਾ ਏਰੀਆ ਕਵਰ ਕਰ ਲੈਣਾ। ਉਹਦੇ ਵਿੱਚ ਜੋ ਵੀ ਚੀਜ਼ ਆਊਗੀ ਉਹ ਨਸ਼ਟ ਕਰ ਦਿੱਤੀ ਜਾਂਦੀ ਹੈ। ਜਿਵੇਂ ਕਿ ਤੁਸੀਂ ਮਾਨਸੇ ਦੇਖਿਆ ਹੀ ਹੈ ਕਿ ਗੱਡੀਆਂ 2 ਖੜੀਆਂ ਸੀਗੀਆਂ, ਓਪੋਜਿਟ ਖੜੀਆਂ ਸੀਗੀਆਂ ਕਿ ਇੱਕ ਵਿਸ਼ੇਸ਼ ਦੂਰੀ ਹੈ ਨਹੀਂ ਸੀਗੀ। ਜੇ ਉਹ ਨਾਲ ਖੜੀਆਂ ਸੀ ਤਾਂ ਇਹ ਹਾਦਸਾ ਉਹ ਪਿਛਲੀ ਗੱਡੀ 'ਤੇ ਵੀ ਪ੍ਰਭਾਵ ਪਿਆ। ਜੇ ਉਹ ਮੰਨ ਲਓ 15-20 ਫੁੱਟ ਪਿੱਛੇ ਖੜੀ ਹੁੰਦੀ ਤਾਂ ਉਹਦਾ ਨੁਕਸਾਨ ਨਾ ਹੁੰਦਾ। ਇਸ ਲਈ ਵੀ ਇਹੀ ਆ ਵੀ ਬੰਦਾ ਆਪਾਂ ਨੂੰ ਵੀ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਲੋੜ ਆ। ਬਾਕੀ ਡਰਨ ਦੀ ਕੋਈ ਲੋੜ ਨਹੀਂ ਗੀ। ਬਹੁਤ ਵਧੀਆ ਗੈਸ ਆ, ਕੰਪਨੀਆਂ ਵੱਲੋਂ ਅਪਰੂਵਲ ਆ, ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਆ, ਤੇ ਕੋਈ ਡਰਨ ਦੀ ਏਡੀ ਕੋਈ ਖਾਸ ਗੱਲ ਹੈ ਨਹੀਂ ਕਿ ਇਹਦਾ ਲਾਹਾ ਆਪਾਂ ਨੂੰ ਲੈਣਾ ਚਾਹੀਦਾ ਜਿੰਨਾ ਚਿਰ ਇਹਦੇ ਰੇਟ ਚਲੋ ਨਹੀਂ ਵੱਧਦੇ। ਬਾਕੀ ਦਾ ਸਮੇਂ ਦੇ ਨਾਲ ਚਲੋ ਹਨਾ। ਰਾਜੇ ਜੀ ਗੱਲਬਾਤ ਕਰੀਏ, ਜਿਵੇਂ ਤੁਸੀਂ ਗੱਲਬਾਤ ਕਰਦੇ ਸੀ ਲਾਇਸੈਂਸ ਦੀ, ਜਾਂ ਉਹ ਕਿੱਦਾਂ ਕੀ ਹੁੰਦਾ? ਕਾਪੀ ਦੇ ਉੱਤੇ ਚੜ੍ਹਦਾ ਜਾਂ ਫਿਰ ਕੰਪਨੀ ਬਣਾ ਕੇ ਦਿੰਦੀ ਆ, ਜਾਂ ਫਿਰ ਜਿਹੜੀਆਂ ਪੁਰਾਣੀਆਂ ਕਿੱਟਾਂ ਹੁੰਦੀਆਂ ਉਹਨੂੰ ਜਿਹੜੇ ਕਿੱਟਾਂ ਲਾ ਕੇ ਦਿੰਦੇ ਉਹ ਬਣਾ ਕੇ ਦਿੰਦੇ, ਕੀ ਸਿਸਟਮ ਕੀ ਹੁੰਦਾ ਗਾ? ਉਹ ਸਰ ਇਸ ਤਰ੍ਹਾਂ ਵਾ ਵੀ ਦੇਖੋ, ਕਈਆਂ ਨੇ ਤਾਂ ਸਿਲੰਡਰ ਸੈਕਿੰਡ ਹੈਂਡ ਲਵਾਏ ਹੁੰਦੇ ਆ, ਜਿਵੇਂ ਆਪਣੇ ਦਿੱਲੀ ਤੋਂ ਮਿਲ ਜਾਂਦੇ ਆ ਸਸਤੇ ਰੇਟਾਂ 'ਤੇ ਲਿਆ ਕੇ ਉਹ ਫਿੱਟ ਕਰ ਲੈਂਦੇ ਆ। ਪਰ ਇਹਦੇ ਵਿੱਚ ਬਣਦਾ ਕੀ ਆ, ਆਪਣਾ ਇਹਦੇ ਵਿੱਚ ਨੁਕਸਾਨ ਆ। ਹੁਣ ਜਿਵੇਂ ਮੰਨ ਲਓ 200 300 ਰੁਪਏ 'ਚ ਵੀ ਪਲੇਟਾਂ ਦਾ ਆਮ ਤੌਰ 'ਤੇ ਲਾ ਕੇ ਉਹ ਦੇਈ ਜਾਂਦੇ ਆ, ਪਰ ਉਹ ਗਲਤ ਆ। ਇਸ ਲਈ ਆਪਾਂ ਨੂੰ ਜਿਵੇਂ ਕਿ ਚੁਣੀ ਦੇ ਸੈਂਟਰ ਬਣੇ ਹੋਏ ਆ, ਜਿਵੇਂ ਮੰਨ ਲਓ ਵੀ ਚੰਡੀਗੜ੍ਹ ਆਪਾਂ ਨੂੰ ਨੇੜੇ ਪੈਂਦਾ ਵਾ ਪੰਚਕੂਲਾ ਰੋਡ 'ਤੇ, ਉੱਥੋਂ ਆਪਾਂ ਇਹ ਹਾਈਡਰੋ ਟੈਸਟ ਹੁੰਦਾ ਵਾ 350 ਦੇ ਪ੍ਰੈਸ਼ਰ 'ਤੇ ਇਹਦੇ ਵਿੱਚ ਸਿਲੰਡਰ ਦੇ ਵਿੱਚ ਉਹਨਾਂ ਨੇ ਪ੍ਰੈਸ਼ਰ ਪਾ ਕੇ ਚੈੱਕ ਕੀਤਾ ਜਾਂਦਾ ਵਾ। ਜੇ ਸਿਲੰਡਰ ਉਹ ਸਹੀ ਹੈਗਾ ਤਾਂ ਉਹਨੂੰ ਅਪਰੂਵਲ ਦਿੱਤੀ ਜਾਂਦੀ ਹੈ, ਨਹੀਂ ਤਾਂ ਉਸ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਵਾ। ਤੇ ਬਾਕੀ ਉੱਥੇ ਹੀ ਚੈੱਕ ਹੁੰਦਾ ਵਾ, ਇਸ ਸਿਲੰਡਰ ਨੂੰ ਲੈ ਕੇ ਜਾਂਦੇ ਆ ਉਹ, ਤੇ ਬਾਅਦ ਦੇ ਵਿੱਚ ਸਿਲੰਡਰ ਨੂੰ ਮਤਲਬ ਚੈੱਕ ਕਰਕੇ ਦੇਖਿਆ ਜਾਂਦਾ, ਪੇਂਟ ਵਗੈਰਾ ਉਹ ਕਰਕੇ ਦਿੰਦੇ ਆ। ਫਿਰ ਇਹਦੀ 3 ਸਾਲ ਲਾਈਫ ਬਣਦੀ। ਵੈਸੇ ਇਹ ਸਿਲੰਡਰ ਦੀ ਲਾਈਫ 20 ਸਾਲ ਹੁੰਦੀ ਆ ਜੀ, ਇੱਕ ਸਿਲੰਡਰ ਦੀ ਲਾਈਫ 20 ਸਾਲ ਤੱਕ ਚੱਲਦਾ ਵਾ। ਪਰ ਆਪਣੇ ਥੋੜ੍ਹੇ ਜਿਹੇ ਲੋਕ ਆ ਜਿਵੇਂ ਸੈਕਿੰਡ ਹੈਂਡ ਲਵਾ ਲੈਂਦੇ ਆ, ਉਹ ਮੇਰੇ ਖਿਆਲ ਨਾਲ ਨਹੀਂ ਲਵਾਉਣੇ ਚਾਹੀਦੇ। ਨਵੀਆਂ ਕਿੱਟਾਂ ਦੇ ਨਾਲ ਹੀ ਉਹ ਜਿਹੜੇ ਲਾਇਸੈਂਸ ਵਗੈਰਾ ਹੁੰਦੇ ਆ, ਜਾਂ ਪੁਰਾਣੀਆਂ ਦੇ ਨਾਲ ਜਿਹੜੇ ਲਾ ਰਹੇ ਆ, ਤੁਸੀਂ ਕਿ ਸਿਲੰਡਰ ਪੁਰਾਣੇ ਲੈ ਲਏ, ਕਿੱਟ ਨਵੀਂ ਲੈ ਲਈ, ਨਵੀਂ ਕਿੱਟ ਕੱਲੀ ਲੱਗ ਗਈ ਸਿੰਗਲ, ਤਾਂ ਉਸ ਦੇ ਨਾਲ ਵੀ ਲਾਇਸੈਂਸ ਵਗੈਰਾ ਬਣਦਾ ਗਾ? ਹਾਂਜੀ ਬਣਦਾ ਹੀ ਲਾਇਸੈਂਸ। ਨਵੀਂ ਕਿੱਟ ਦੇ ਨਾਲ ਤਾਂ ਉਹ ਬਣਾ ਕੇ ਆਪ ਹੀ ਦਿੰਦੇ ਆ ਜੀ। ਤੇ ਪਰ ਜਿਹੜੀਆਂ ਆਪਣੇ ਪੁਰਾਣੀਆਂ ਕਿੱਟਾਂ ਹੈਗੀਆਂ, ਪਰ ਉਹਨਾਂ ਨੂੰ ਬਸ ਚੈੱਕ ਹੀ ਕੀਤਾ ਜਾਂਦਾ ਵਾ। ਜੇ ਉਹਦਾ ਸਾਰਾ ਸਿਸਟਮ ਸਹੀ ਹੈਗਾ ਵਾ ਤੇ ਫਿਰ ਤਾਂ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਂਦਾ ਜੀ, ਉਹ ਬਣਾ ਕੇ ਦੇ ਦਿੰਦੇ, ਸਰਟੀਫਿਕੇਟ ਵਗੈਰਾ ਬਣਾ ਕੇ ਦੇ ਦਿੰਦੇ ਆ। ਤੇ ਇਸ ਤੋਂ ਇਲਾਵਾ ਵੀ ਕੋਈ ਇਹਦੀ ਸਰਵਿਸ ਵਗੈਰਾ ਹੁੰਦੀ ਆ CNG ਕਿੱਟਾਂ ਦੀ, ਜਾਂ CNG ਟੈਂਕ ਤਾਂ ਤੁਸੀਂ ਦੱਸ ਹੀ ਦਿੱਤਾ ਕਿ 3 ਸਾਲਾਂ ਬਾਅਦ 350 ਪ੍ਰੈਸ਼ਰ ਤੇ ਹੁੰਦਾ, ਕਿੱਟਾਂ ਦੀ ਕੋਈ ਸਰਵਿਸ ਵਗੈਰਾ ਹੁੰਦੀ? ਕਿੱਟਾਂ ਦੀ ਸਰਵਿਸ ਹੁੰਦੀ ਆ ਸਰ। ਕਿੰਨੇ ਟਾਈਮ ਬਾਅਦ ਹੁੰਦੀ ਹੈ? ਉਹ 2 ਸਾਲ ਬਾਅਦ ਆਪਾਂ ਕਰਾ ਲਈਏ, ਜਿਵੇਂ ਕਿ ਵਾਲ ਵੂਲ ਹੁੰਦੇ, ਇੰਜੈਕਟਰ ਵਗੈਰਾ ਹੁੰਦੇ, ਉਹ ਸਾਰੇ ਆਪਾਂ ਨੂੰ ਜੇ ਇੱਕ ਵਾਰੀ ਵਿਖਾ ਲਈਏ ਜਾਏ ਤਾਂ ਉਹ 'ਚ ਕੋਈ ਹਰਜ ਨਹੀਂ ਗਾ। ਕਈ ਵਾਰੀ ਪਾਈਪਾਂ ਪੂਪਾਂ ਬਲੌਕ ਹੋ ਜਾਂਦੀਆਂ ਵਾ, ਠੰਡ ਗਰਮੀ ਦੇ ਕਾਰਨ ਪਿਚਕ ਜਾਂਦੀਆਂ ਵਾ, ਇਸ ਲਈ ਜੇ ਆਪਾਂ ਵਿਖਾ ਲਾਂਗੇ ਤਾਂ ਇਹ 'ਚ ਕੋਈ ਹਰਜ ਨਹੀਂ ਗਾ, ਵੀ ਉਹ ਆਪਣੀ ਸੇਫਟੀ ਆ, ਆਪਣਾ ਹੀ ਬਚਾਅ ਆ। ਕਈ ਵਾਰੀ ਗੈਸ ਰੁਕ ਜਾਂਦੀ ਆ, ਜੇ ਮੰਨ ਲਓ ਸਰਦੀਆਂ ਦੇ ਵਿੱਚ ਗੈਸ ਜ਼ਿਆਦਾ ਪੈਣੀ ਆ, ਗਰਮੀਆਂ ਦੇ ਵਿੱਚ ਥੋੜ੍ਹੀ ਜਿਹੀ ਗੈਸ ਘੱਟ ਪੈਂਦੀ ਆ, ਆਪਾਂ ਨੂੰ ਕਿਲੋ 1.5 ਕਿਲੋ ਦਾ ਫਰਕ ਪੈ ਜਾਂਦਾ ਵਾ। ਤੇ ਇਸ ਲਈ ਵੀ ਇਹੀ ਆ ਵੀ ਇਹਨਾਂ ਨੂੰ ਸਮੇਂ-ਸਮੇਂ 'ਤੇ ਆਪਦਾ ਦਿਖਾਉਂਦੇ ਰਹੋ। ਤੇ ਬਾਕੀ ਇਹਦਾ ਕੋਈ ਡਰਨ ਦੀ ਲੋੜ ਹੈ ਨਹੀਂ ਗੀ। ਵਧੀਆ ਗੈਸ ਆ, ਨੈਚੁਰਲ ਹੈਗੀ ਆ, ਪ੍ਰਦੂਸ਼ਣ ਰਹਿਤ ਆ ਜੀ। ਤੇ ਬਾਕੀ ਤਾਂ ਬਸ ਜਿਹੜੀ ਕਹਿੰਦੇ ਸੀ LPG ਗੈਸ ਸੀ, ਕਹਿੰਦੇ ਇੰਜਨਾਂ ਨੂੰ ਕਾਫੀ ਨੁਕਸਾਨ ਪਹੁੰਚਾਉਂਦੀ ਸੀ। ਹਾਲਾਂਕਿ ਲੋਕ ਹਾਲੇ ਵੀ ਬਹੁਤ ਵੱਡੀ ਪੱਧਰ ਤੇ LPG ਸਿਲੰਡਰ ਘਰਾਂ ਚੋਂ ਚੱਕ ਕੇ ਦੇਸੀ ਕਿੱਟਾਂ ਲਵਾ ਰਹੇ ਨੇ। ਤਾਂ ਉਸੇ ਤਰ੍ਹਾਂ ਜੇ CNG ਦੀ ਗੱਲਬਾਤ ਕਰੀਏ ਕਿ ਇੰਜਨ ਨੂੰ ਗੱਡੀ ਦੇ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਉਂਦਾ? ਨਹੀਂ ਸਰ, ਇਹਦਾ ਇੰਜਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਵਧੀਆ ਪੈਕਅਪ ਬਣਾਉਂਦੀ ਆ, ਚੰਗੀ ਐਵਰੇਜ ਦਿੰਦੀ ਆ, ਤੇ ਪ੍ਰਦੂਸ਼ਣ ਰਹਿਤ ਆ, ਇਕੋ ਫਰੈਂਡਲੀ ਆ। ਤੇ ਬਾਕੀ ਇਹਦਾ ਐਂ ਹੈਗਾ ਸਰ ਵੀ ਜਿਵੇਂ ਮੰਨ ਲਓ ਵੀ ਇਹ ਇੱਕ ਤੁਸੀਂ LPG ਨੂੰ ਰੱਖ ਲਓ, LPG ਤਾਂ ਇੱਕ ਸਿਰਫ ਜੁਗਾੜ ਟਾਈਪ ਹੀ ਚੱਲ ਰਹੀ ਆ, ਉਹਦੀ ਕੋਈ ਪ੍ਰੋਪਰ ਫਿਟਿੰਗ ਨਹੀਂ ਹੋਈ। ਤੇ ਬਾਕੀ ਜਿਹੜੀ ਆਪਣੀ CNG ਹੈਗੀ ਆ, ਇਹ ਨੈਚੁਰਲ ਗੈਸ ਹੈਗੀ ਆ, ਯਾਨੀ ਕਿ ਆਪਣੀ ਹਵਾ ਤੋਂ ਹੀ ਤਿਆਰ ਕੀਤੀ ਜਾਂਦੀ ਆ। ਇਹ ਨੈਚੁਰਲ ਗੈਸ ਆ। ਤੇ ਇਹ LPG ਨਾਲੋਂ ਬੈਟਰ ਆ, ਉਹਦੇ ਨਾਲੋਂ ਇਹਦਾ ਖਤਰਾ ਵੀ ਬਹੁਤ ਘੱਟ ਆ। ਜੇ ਗੈਸ ਲੀਕ ਵੀ ਹੁੰਦੀ ਆ ਤਾਂ ਇਹ ਪਾਣੀ ਦੇ ਰੂਪ 'ਚ ਬਣ ਜਾਂਦੀ ਆ। ਜਿਹੜੀ LPG ਉਹਨੂੰ ਅੱਗ ਜ਼ਿਆਦਾ ਪੈਂਦੀ ਹੈ, ਇਹਨੂੰ ਅੱਗ ਨਹੀਂ ਪੈਂਦੀ, ਹਵਾ ਦੇ ਰੂਪ 'ਚ ਇਹਨੇ ਮਿਲ ਜਾਣਾ। ਹਾਂਜੀ, ਇਹ ਹਵਾ ਤੋਂ ਹਲਕੀ ਹੁੰਦੀ ਆ, ਇਹ ਗੈਸ ਨੇ ਆਪੇ ਉਹਦੇ ਹਵਾ ਦੇ ਵਿੱਚ ਹੀ ਮਿਲ ਜਾਂਦੀ ਆ। ਜਿਹੜੀ LPG ਹੁੰਦੀ ਉਹ ਗੈਸ ਭਾਰੀ ਹੁੰਦੀ ਆ, ਉਹਦੇ ਨਾਲ ਅੱਗ ਲੱਗਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਆ। ਰਾਜਾ ਜੀ, ਹੁਣ ਕੀ ਨਵੀਆਂ ਹਦਾਇਤਾਂ ਤੁਹਾਨੂੰ ਆਈਆਂ ਉਹ ਹਾਦਸੇ ਤੋਂ ਬਾਅਦ? ਜੇ ਕੋਈ ਜਗਾੜੀ ਗੱਡੀਆਂ ਹੁੰਦੀਆਂ, ਜਾਲੀ ਲਾਇਸੈਂਸ ਹੁੰਦੇ ਆ, ਜਾਲੀ ਨੇਮ ਪਲੇਟਾਂ ਲੱਗ ਜਾਂਦੀਆਂ, ਤਾਂ ਕੀ ਕਿਹਾ ਤੁਹਾਨੂੰ ਕੰਪਨੀ ਵੱਲੋਂ ਕਿ ਕੀ ਕਰਨਾ ਉਹਨਾਂ ਗੱਡੀਆਂ ਦਾ? ਕੰਪਨੀ ਨੇ ਇਹ ਕਿਹਾ ਜੀ ਸਭ ਤੋਂ ਪਹਿਲਾਂ ਤਾਂ ਪਲੇਟ 'ਚ ਆਪਾਂ ਚੈੱਕ ਕਰਨੀ ਹੈ ਜੀ। ਜੇ ਉਹਦੀ 3 ਸਾਲ ਦੀ ਲਾਈਫ ਹੈਗੀ ਆ ਤਾਂ ਉਹਦੇ 'ਚ ਗੈਸ ਫਿਲ ਕਰ ਦਿਓ, ਤੇ ਨਹੀਂ ਤਾਂ ਤੁਸੀਂ ਉਹਦਾ ਸਿਲੰਡਰ ਚੈੱਕ ਕਰੋ, ਸਿਲੰਡਰ ਤੇ ਸੀਰੀਅਲ ਨੰਬਰ ਮੈਚ ਕਰੋ ਜੋ ਵੀ ਉਹਨਾਂ ਨੇ ਸਰਟੀਫਿਕੇਟ ਅਪਲਾਈ ਕਰਕੇ ਦਿੱਤਾ ਵਾ, ਨਹੀਂ ਤਾਂ ਤੁਸੀਂ ਗੈਸ ਨਾ ਪਾਓ। ਤੇ ਉਹਦੇ ਵੀ ਨੰਬਰ ਸਾਨੂੰ ਨੋਟ ਕਰਨ ਨੂੰ ਕਿਹਾ ਵਾ, ਉਹ ਅਸੀਂ ਨੰਬਰ ਨੋਟ ਕਰੀ ਜਾਂਦੇ ਆ। ਫਿਰ ਉਹ ਹੌਲੀ ਹੌਲੀ ਲੋਕਾਂ ਨੂੰ ਦੱਸ ਦਾਂਗੇ ਵੀ ਇਹ ਤੁਸੀਂ ਆਪਦੀਆਂ ਸਰਟੀਫਿਕੇਟ ਬਣਾ ਲਓ। ਇਹ ਆਨਲਾਈਨ ਸਿਸਟਮ ਚਾੜ ਰਹੇ ਹੋ ਜਿਹੜੇ ਨੰਬਰ, ਜਾਂ ਗੱਡੀਆਂ ਇਦਾਂ ਦੀਆਂ ਚੱਲ ਰਹੀਆਂ, ਅਨਲੀਗਲ ਗੱਡੀਆਂ ਚੱਲ ਰਹੀਆਂ, ਅਨਲੀਗਲ ਕਿੱਟਾਂ ਲੱਗੀਆਂ ਹੋਈਆਂ, ਕੋਈ ਇੰਟਰਨੈਟ ਤੇ ਚਾੜ ਰਹੇ ਹੋ, ਦੂਜੇ ਪੰਪਾਂ ਨੂੰ ਉਸ ਦੀ ਜਾਣਕਾਰੀ ਦੇ ਰਹੇ? ਨਹੀਂ ਸਰ, ਉਸ ਤਰ੍ਹਾਂ ਬਿਲਹਾਲ ਨਹੀਂ ਕਰ ਰਹੇ ਅਸੀਂ ਤਾਂ ਸਿਰਫ ਆਪ ਦੀ ਸੇਫਟੀ ਵਾਸਤੇ ਜਾਂ ਸਭ ਦੀ ਸੇਫਟੀ ਵਾਸਤੇ ਹੀ ਲੋਕਾਂ ਨੂੰ ਅਗਰਾਹ ਹੀ ਕਰ ਰਹੇ ਆ, ਵੀ ਸਮਝਾ ਹੀ ਰਹੇ ਆ ਇੱਕ ਤੌਰ ਤੇ, ਵੀ ਤੁਹਾਨੂੰ ਸੁਜੈਸ਼ਨ ਹੀ ਆ ਵੀ ਇਹਦੇ 'ਚ ਤੁਸੀਂ ਜੇ ਆਪਦਾ ਸਾਰਾ ਕੁਝ ਸਹੀ ਰੱਖ ਲਓ। ਵੇਖੋ, ਜੇ ਅੱਜ ਉਹ ਇੱਕ ਵਾਰੀ ਰਿਕੁਐਸਟ ਕਰਕੇ ਜਾਂ ਮਿਹਨਤ ਕਰਕੇ ਗੈਸ ਪਵਾ ਕੇ ਲੈ ਜਾਣਗੇ, ਮੰਨ ਲਓ ਕੱਲ੍ਹ ਨੂੰ ਕੋਈ ਹਾਦਸਾ ਵਾਪਰਦਾ
ਤਾਂ ਇਹ 'ਚ ਉਹਨਾਂ ਸਾਰਿਆਂ ਦਾ ਹੀ ਨੁਕਸਾਨ ਆਈ। ਤੇ ਬਾਕੀ ਅਸੀਂ ਤਾਂ ਸਾਰਿਆਂ ਨੂੰ ਇਹੀ ਇੱਕ ਬੇਨਤੀ ਦੇ ਰੂਪ 'ਚ ਹੀ ਕਹਿੰਦੇ ਆ ਵੀ ਜੋ ਇਹਦਾ ਫਿਟਨੈਸ ਸਰਟੀਫਿਕੇਟ ਬਣਦਾ ਵਾ, ਜੋ ਹਾਈਡਰੋ ਟੈਸਟ ਹੁੰਦਾ ਵਾ, ਉਹ ਤੁਸੀਂ ਇਹਦਾ ਕਰਵਾ ਲਓ ਪ੍ਰੋਪਰ ਤਰੀਕੇ ਨਾਲ ਲਾ ਲਓ। ਕੋਈ ਇਹਦਾ ਖਤਰਾ ਨਹੀਂਗਾ, ਕੋਈ ਖਤਰੇ ਵਾਲੀ ਗੈਸ ਨਹੀਂਗੀ, ਵਧੀਆ ਗੈਸ ਕੀ ਆ। ਜ਼ਿਆਦਾਤਰ ਹੋ ਰਿਹਾ, ਨਵੀਆਂ ਕਿੱਟਾਂ ਜ਼ਿਆਦਾ ਲੱਗ ਰਹੀਆਂ ਜਾਂ ਫਿਰ ਪੁਰਾਣੀਆਂ ਕਿੱਟਾਂ ਲੋਕ ਜ਼ਿਆਦਾ ਲਵਾ ਕੇ ਲਿਆ ਰਹੇ ਆ ਜਾਂ ਫਿਰ ਨਵੀਆਂ ਗੱਡੀਆਂ ਆ ਰਹੀਆਂ? ਨਹੀਂ, ਨਵੀਆਂ ਗੱਡੀਆਂ ਆ ਰਹੀਆਂ। ਦੇਖੋ ਹੁਣ ਜੋ ਵੀ ਆ ਮਤਲਬ ਪੈਟਰੋਲ ਤੇ ਗੱਡੀ ਕੱਢ ਰਹੇ ਉਹ ਨਵੀਆਂ ਹੀ ਗੱਡੀਆਂ ਆ ਰਹੀਆਂ ਜੀ। ਆਪਣੀਆਂ ਪੈਟਰੋਲ ਤੇ ਜੋ ਵੀ ਕਾਰਾਂ ਆਉਂਦੀਆਂ ਉਹਨਾਂ 'ਚ ਨਵੀਆਂ ਹੀ ਨਾਲ ਹੀ ਕੰਪਨੀ ਫਿਟਡ ਹੀ ਕਿੱਟਾਂ ਹੁੰਦੀਆਂ, ਪਰ ਲੋਕ ਹੁਣ ਕੁਛ ਬਾਹਰੋਂ ਲਵਾ ਰਹੇ ਆ ਜੀ ਕਿੱਟਾਂ। ਰਾਜਾ ਜੀ, ਪੈਟਰੋਲ ਦੇ ਬਰਾਬਰ ਆਪਾਂ ਇਸ ਨੂੰ ਦੇਖੀਏ CNG ਨੂੰ, ਕਿੰਨਾ ਕੁ ਅੰਤਰ ਆ? ਐਵਰੇਜ ਦਾ ਕਿੰਨਾ ਕੁ ਫਰਕ ਪੈਂਦਾ? ਜੇ 100 ਰੁਪਏ ਦਾ ਪੈਟਰੋਲ ਭਰਾਇਆ ਤੇ 100 ਰੁਪਏ ਦੀ CNG ਭਰਾਈ, ਕਿੰਨੇ ਕਿਲੋਮੀਟਰ ਦੋਨਾਂ ਨਾਲ ਚੱਲੂ? ਇਹਦਾ ਦੁੱਗਣਾ ਫਾਇਦਾ ਜੀ। ਦੇਖੋ ਜੇ ਆਪਾਂ ਹੁਣ ਮੰਨ ਲਓ 165 ਰੁਪਏ ਮਤਲਬ ਆਪਣਾ 104 ਰੁਪਏ ਲੀਟਰ ਪੈਟਰੋਲ ਹੋਵੇ ਆ ਜੀ, ਤੇ ਉਸ ਨਾਲ ਜੇ ਮੰਨ ਲਓ ਇੱਕ ਆਲਟੋ ਕਾਰ ਆਈ ਉਹ 17 ਕਿਲੋਮੀਟਰ ਚੱਲੂਗੀ। ਉਸ ਦੇ ਮੁਕਾਬਲੇ ਜੇ ਆਪਾਂ ਇਹ 1 ਕਿਲੋ ਆਪਾਂ ਗੈਸ ਪਵਾਉਣੇ ਆ 65 ਰੁਪਈਆਂ ਦੀ, ਉਹ ਘੱਟੋ ਘੱਟ ਹੀ ਤੁਹਾਨੂੰ 30 32 ਮੇਰੇ ਖਿਆਲ 28 ਪਲੱਸ ਦੀ ਐਵਰੇਜ ਤਾਂ ਦਊਗੀ। ਇਹੀ ਫਰਕ ਹੈ ਜੀ, ਬਹੁਤ ਵੱਡਾ ਵੱਡਾ ਅੰਤਰ ਆਈ ਇਹਦਾ। ਤਾਂ ਲੋਕਾਂ ਦਾ ਰੁਝਾਨ ਕਿਸ ਤਰ੍ਹਾਂ ਆਉਣਾ ਜਾਣਾ, ਜਾਂ ਤੁਹਾਡੇ ਪੰਪ ਦੀ ਗੱਲਬਾਤ ਕਰੀਏ, ਤੁਹਾਡੇ ਪੰਪ ਤੇ ਤਾਂ ਨਹੀਂ ਕੋਈ ਇਦਾਂ ਦਾ ਹਾਦਸਾ ਵਾਪਰਿਆ? ਨਹੀਂ ਜੀ, ਆਪਣੇ ਬਿਲਕੁਲ ਨਹੀਂ ਵਾਪਰਿਆ ਜੀ। ਬਾਕੀ ਆਪਣੇ ਵਰਕਰ ਆ ਜਿਹੜੇ ਪੂਰੇ ਸੂਝਵਾਨ ਵਰਕਰ ਆ ਜੀ, ਯਾਨੀ ਕਿ ਮਾਲਕਾਂ ਵੱਲੋਂ ਵੀ ਪੂਰੀਆਂ ਹਦਾਇਤਾਂ ਦਿੱਤੀਆਂ ਹੋਈਆਂ ਵਾ, ਤੁਸੀਂ ਸਾਰਾ ਕੁਝ ਚੈੱਕ ਕਰੇ ਬਗੈਰ ਗੈਸ ਨਹੀਂ ਫਿਲ ਕਰਨੀ ਗੀ, ਤੇ ਪ੍ਰੋਪਰ ਤਰੀਕੇ ਨਾਲ ਹੈਂਡਲ ਕਰਦੇ ਆ, ਪੂਰੀ ਸੇਫਟੀ ਵਰਤ ਕੇ। ਜਿਵੇਂ ਪੈਟਰੋਲ ਦੀ ਤਰ੍ਹਾਂ ਇਹਦੇ ਰੇਟ ਵੱਧ ਘਟ ਰਹੇ ਆ ਜਾਂ ਫਿਰ ਉੱਥੇ ਹੀ ਖੜੇ ਨੇ? ਨਹੀਂ ਸਰ, ਇਸ ਨੂੰ ਮੇਰੇ ਖਿਆਲ ਫਰਵਰੀ ਦੇ ਵਿੱਚ ਇਹ ਚੱਲੀ ਹੋਈ ਹੈ, ਇਸ ਦੇ ਰੇਟ ਉੱਥੇ ਹੀ ਆ, ਪਰ ਇਹਦੇ ਆਉਣ ਵਾਲੇ ਟਾਈਮ 'ਚ ਰੇਟ ਘਟ ਸਕਦੇ ਆ ਜਦੋਂ ਕਿ ਆਪਣੇ ਪਾਈਪਲਾਈਨ ਆ ਗਈ। ਹਜੇ ਆਪਣੇ ਪਾਈਪਲਾਈਨ ਆਨਲਾਈਨ ਚੱਲਣੇ ਆਪਾਂ? ਹਾਂਜੀ ਆਨਲਾਈਨ ਕਿੱਥੋਂ ਚੱਲਣ ਤੱਕ ਆ ਚੁੱਕੀ ਆ ਪਾਈਪਲਾਈਨ? ਹਜੇ ਦੇਖੋ ਮੁੱਲਾਪੁਰ ਦੇ ਤੱਕ ਆ ਚੁੱਕੀ ਆ, ਉਸ ਤੋਂ ਗਾਂ ਅੱਗੇ ਆ ਜੀ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਤਾਂ ਦਰਸ਼ਕੋ, ਇਹ ਸੀ ਸਿੰਘਾਂ ਵਾਲੇ ਪੰਪ ਤੇ ਮੈਨੇਜਰ ਰਾਜਾ ਸਿੰਘ ਮੌਜੂਦ ਸੀ ਜੋ ਗੱਲਬਾਤ ਕਰਦੇ ਸੀ CNG ਪੰਪਾਂ ਦੀ, ਕਿ CNG ਪੰਪ ਕਿਸ ਤਰ੍ਹਾਂ ਚੱਲਦੇ ਨੇ, ਕੀ ਗਾਈਡਲਾਈਨਾਂ ਨੇ, ਕੀ ਹਦਾਇਤਾਂ ਨੇ ਕੰਪਨੀ ਦੀਆਂ ਕੀਤੀਆਂ ਹੋਈਆਂ। ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਜੋ ਮਾਨਸਾ ਦੇ ਵਿੱਚ ਇੱਕ ਗੱਡੀ ਦੇ ਵਿੱਚ ਬਲਾਸਟ ਹੁੰਦਾ ਹੈ ਪੰਪ ਦਾ, ਉਸ ਦਾ ਮੇਨ ਕਾਰਨ ਜਾਣਨ ਲਈ ਅਸੀਂ ਰਾਜਾ ਜੀ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਦੱਸਿਆ ਕਿ ਉਹ ਕੰਪਨੀ ਫਿਟਡ ਜਿਹੜੀ ਕਿੱਟ ਨਹੀਂ ਸੀ, ਉਹ ਇੱਕ ਜੁਗਾੜ ਕੀਤਾ ਹੋਇਆ ਸੀ ਮਿਸਤਰੀ ਦਾ, ਇੱਕ LPG ਜਿਹੜੇ ਸਿਲੰਡਰ ਨੂੰ ਵੱਢ ਕੇ ਉਹਨੂੰ CNG ਜਿਹੜਾ ਸਿਲੰਡਰ ਬਣਾਇਆ ਹੋਇਆ ਸੀ, ਤੇ ਜਿਸ ਤੋਂ ਬਾਅਦ ਉਹ ਉਸ ਪੰਪ ਤੋਂ ਜਾ ਕੇ ਉਸ 'ਚ CNG ਭਰਾਈ ਜਾਂਦੀ ਹੈ ਤੇ ਉਹ ਬਲਾਸਟ ਹੋ ਜਾਂਦਾ ਹੈ, ਜਿਸ 'ਚ ਇੱਕ ਪੰਪ ਦੇ ਕਰਿੰਦੇ ਦੀ ਮੌਤ ਹੋ ਜਾਂਦੀ ਹੈ ਤੇ 1-2 ਵਿਅਕਤੀ ਜ਼ਖਮੀ ਹੋ ਜਾਂਦੇ ਆ ਤੇ 2 ਗੱਡੀਆਂ ਦਾ ਵੀ ਵੱਡੀ ਪੱਧਰ ਤੇ ਨੁਕਸਾਨ ਹੁੰਦਾ ਹੈ। CNG ਪੰਪ ਦੇ ਜਾਂ CNG ਦੇ ਇਹਨਾਂ ਨੇ ਬਹੁਤ ਸਾਰੇ ਫਾਇਦੇ ਗਿਣਾਏ ਕਿ ਪੈਟਰੋਲ ਦੇ ਬਰਾਬਰ ਬਹੁਤ ਵੱਡਾ ਅੰਤਰ ਹੈ। ਜੇ 100 ਰੁਪਏ ਦਾ ਕਹਿੰਦੇ ਪੈਟਰੋਲ ਭਰਾਉਂਦੇ ਆ ਤਾਂ ਉਹ ਕਿੰਨੇ ਕਿਲੋਮੀਟਰ ਚੱਲਦਾ, ਔਰ CNG ਜੇ 100 ਰੁਪਏ ਦੀ ਭਰਾਉਂਦੇ ਆ ਤਾਂ ਉਹ ਕਿੰਨੇ ਕਿਲੋਮੀਟਰ ਚੱਲਦੀ ਹੈ। ਬਹੁਤ ਵਧੀਆ ਚੀਜ਼ ਹੈ, ਪਰ ਉਹਨਾਂ ਲੋਕਾਂ ਨੂੰ ਜਾਂ ਮਿਸਤਰੀਆਂ ਨੂੰ ਇਸ ਤਰ੍ਹਾਂ ਦੇ ਜੁਗਾੜ ਨਹੀਂ ਕਰਨੇ ਚਾਹੀਦੇ, ਲੋਕਾਂ ਦੀ ਜਾਨ ਜੋਖਮ 'ਚ ਨਹੀਂ ਪਾਉਣੀ ਚਾਹੀਦੀ। ਅਸੀਂ ਉਮੀਦ ਕਰਦੇ ਹਾਂ ਅੱਜ ਦੀ ਖਾਸ ਪੇਸ਼ਕਸ਼ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅਗਲੀ ਵਾਰ ਕਿਸੇ ਖਾਸ ਮਹਿਮਾਨ, ਕਿਸੇ ਖਾਸ ਸ਼ਖਸੀਅਤ, ਕਿਸੇ ਖਾਸ ਪਿੰਡ ਸ਼ਹਿਰ ਲੈ ਕੇ ਜਾਵਾਂਗੇ। ਦਰਸ਼ਕੋ, ਇਸ ਤੋਂ ਇਲਾਵਾ ਜੇਕਰ ਤੁਹਾਡੇ ਧਿਆਨ 'ਚ ਕੋਈ ਅਜਿਹਾ ਮਸਲਾ ਆਉਂਦਾ ਜਿਸ ਨੂੰ ਜਨਤਕ ਕਰ ਸਕਦੇ ਹਾਂ ਜਾਂ ਉਸ ਮਸਲੇ ਨੂੰ ਹੱਲ ਵੱਲ ਲਿਜਾ ਸਕਦੇ ਹਾਂ, ਜਾਂ ਹੈ ਤੁਹਾਡੇ 'ਚ ਕੁਝ ਵੱਖਰਾ ਕਰ ਦਿਖਾਉਣ ਦਾ ਜਜ਼ਬਾ, ਜਾਂ ਹੈ ਤੁਹਾਡੇ 'ਚ ਕੋਈ ਟੈਲੈਂਟ, ਤਾਂ ਤੁਸੀਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਸਾਡੇ ਨਾਲ ਸੰਪਰਕ ਕਰਨ ਲਈ ਸਾਡਾ ਨੰਬਰ ਨੋਟ ਕਰੋ 97802057। ਸੋ ਦਰਸ਼ਕੋ, ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਘੋਲੀਆ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ TV। ਧੰਨਵਾਦ।